हिल गई पाट गई ढह गई कंध ते मिट गया सरहंद। ਤੇ ਜਾਣ ਲੱਗਿਆ ਮਾਤਾ ਜੀ ਕਈ ਵਾਰੀ ਉਹਨਾਂ ਨੂੰ ਗੱਲ ਬੱਕੜੀ ਦੇ ਵਿੱਚ ਆ ਕੇ ਮਿਲਦੇ ਆ। ਅੱਜ ਪਤਾ ਵੀ ਅੱਜ ਤੋਰਤਾ ਵਾ, ਇਹ ਤੋਰਤੇ ਆ, ਹੁਣ ਵਾਪਸ ਨਹੀਂ ਆਉਣਗੇ। ਸੀਸ ਹੀ ਉਹ ਗੋਡੇ ਥੱਲੇ ਰੱਖੇ ਆ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੇ, ਤੇ ਉਹਨਾਂ ਦੀ ਸਾਹ ਨਲੀ ਕੱਟਤੀ ਤੇ ਐਵੇਂ ਉਹਨਾਂ ਨੂੰ ਕੋਹ ਕੇ ਸ਼ਹੀਦ ਕੀਤਾ ਗਿਆ ਸਾਹਿਬਜ਼ਾਦਿਆਂ ਨੂੰ। ਸਾਰਾ ਸ਼ਹਿਰ ਕੰਬ ਉੱਠਿਆ, ਧਰਮੀ ਲੋਕ ਜਿਹੜੇ ਸੀ ਉਹ ਤਰਾਹ ਤਰਾਹ ਕਰ ਉੱਠੇ ਤੇ ਗੁਰੂ ਸਾਹਿਬ ਨੇ ਆਪਣੇ ਤੀਰ ਦੀ ਨੋਕ ਦੇ ਨਾਲ ਕਾਹੀ ਦੇ ਬੂਟੇ ਨੂੰ ਪੁੱਟ ਦਿੱਤਾ ਤੇ ਆਖਿਆ ਵੀ ਹੁਣ ਜ਼ੁਲਮੀ ਰਾਜ ਦੀ ਜੜ ਪੁੱਟੀ ਗਈ। ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਜਿਹੜੀ ਆ ਉਹ ਅੱਤੇ ਨਾਮ ਦੇ ਚੌਧਰੀ ਦੇ ਕੋਲੋਂ ਦੀਵਾਨ ਟੋਡਰਮੱਲ ਖਰੀਦਦਾ, ਜਿੱਥੇ ਅੱਤੇ ਵਾਲੀ ਪਿੰਡ ਕਈ ਘੰਟਿਆਂ ਤੱਕ ਉੱਥੇ ਦੇਹਾਂ ਪਵਿੱਤਰ ਜਿਹੜੀਆਂ ਪਈਆਂ ਰਹੀਆਂ ਜੰਗਲ ਦੇ ਵਿੱਚ, ਤੇ ਬੱਬਰ ਸ਼ੇਰ ਨੇ ਦੇਹਾਂ ਦੀ ਰਾਖੀ ਕੀਤੀ। ਤੇਰੀ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦੇਾਂਗੇ, ਝੋਰਾ ਕਰੀ ਨਾ ਬਾਪੂ ਕਿਲੇ ਆਨੰਦਗੜ੍ਹ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦੇਾਂਗੇ। ਕੰਧ ਸਰਹੰਦ ਦੀ ਕੰਧ, ਮੁਸਕਰਾਏ ਸਾਹਿਬਜ਼ਾਦੇ, ਕੰਬਿਆ ਸੂਬਾ ਸਰਹੰਦ, ਹਿੱਲ ਗਈ ਪਾਟ ਗਈ ਢਹਿ ਗਈ ਕੰਧ ਤੇ ਮਿਟ ਗਿਆ ਸਰਹੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ 4 ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਦਿਨ ਨੇ। ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਨੇ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਨ ਹੈ। ਉਹ ਸ਼ਹਾਦਤ ਕਿਵੇਂ ਬਹੁਤ ਹੀ ਅਨੋਖੇ ਸਬਰ ਸਿਦਕ ਤੇ ਹੌਸਲੇ ਦੇ ਨਾਲ ਵਾਪਰਦੀ ਹੈ, ਪੂਰੀ ਦੁਨੀਆ ਦੇ ਵਿੱਚ ਉਸ ਸ਼ਹਾਦਤ ਵਰਗੀ ਕੋਈ ਮਿਸਾਲ ਨਹੀਂ ਮਿਲਦੀ। ਭਾਈ ਕੁਲਦੀਪ ਸਿੰਘ ਗੱਜ ਅੱਜ ਵੀ ਸਾਡੇ ਨਾਲ ਜੁੜੇ ਹੋਏ ਨੇ। ਭਾਈ ਸਾਹਿਬ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕੱਲ ਤੱਕ ਅਸੀਂ ਜ਼ਿਕਰ ਕੀਤਾ ਸੀ ਜਦੋਂ ਸਾਹਿਬਜ਼ਾਦਿਆਂ ਦੇ ਲਈ ਫਤਵਾ ਜਾਰੀ ਹੋ ਜਾਂਦਾ ਹੈ ਕਿ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਏ, ਉਹ ਰਾਤ ਹੈ ਜਿਹੜੀ ਉਹ ਵਾਪਰਦੀ ਹੈ, ਦੂਸਰਾ ਦਿਨ ਚੜ੍ਹਿਆ ਹੋਵੇਗਾ, ਤੇ ਕਿਵੇਂ ਤੁਸੀਂ ਵਿਖਿਆਨ ਕਰੋਗੇ ਆਪਣੇ ਸ਼ਬਦਾਂ ਦੇ ਵਿੱਚ ਉਸ ਦਿਨ ਨੂੰ, ਉਸ ਸ਼ਹਾਦਤ ਨੂੰ, ਮਾਤਾ ਜੀ ਦੇ ਸਬਰ ਸਿਦਕ ਹੌਸਲੇ ਨੂੰ, ਤੇ ਛੋਟੇ ਸਾਹਿਬਜ਼ਾਦਿਆਂ ਦੀ ਚੜ੍ਹਦੀ ਕਲਾ ਦੀ ਸਪਿਰਿਟ ਨੂੰ? ਦੇਖੋ ਜੀ, ਵੈਸੇ ਤੇ ਕੋਈ ਸ਼ਬਦ ਹੀ ਨਹੀਂ ਹੈਗੇ ਜਿਹੜੇ ਉਸ ਪੱਖ ਨੂੰ ਬੋਲ ਕੇ ਦੱਸ ਸਕਣ ਜਾਂ ਲਿਖ ਕੇ ਦੱਸ ਸਕਣ। ਬਿਲਕੁਲ। ਜਦੋਂ ਸਾਹਿਬਜ਼ਾਦੇ ਮਤਲਬ ਸਵੇਰੇ ਜਿਸ ਦਿਨ ਉਹਨਾਂ ਦੀ ਸ਼ਹੀਦੀ ਹੋਣੀ ਆ ਜੀ, ਤੇ ਮਾਤਾ ਗੁਜਰੀ ਜੀ ਸਵੇਰੇ ਉੱਠਦੇ ਆ, ਮਾਤਾ ਜੀ ਨੇ ਉਹਨਾਂ ਨੂੰ ਹੱਥੀਂ ਮਤਲਬ ਉਹਨਾਂ ਦੇ ਮੂੰਹ ਪੈਰ ਧੋਤੇ ਆ, ਤਿਆਰ ਕੀਤਾ। ਮਾਤਾ ਨੂੰ ਵੀ ਪਤਾ ਵੀ ਅੱਜ ਉੱਠੇ ਆ ਤੇ ਆਖਰੀ ਵਾਰੀ ਇਹਨਾਂ ਦੇ ਨਾਲ ਉੱਠੇ ਆ, ਉਸ ਤੋਂ ਬਾਅਦ ਤੇ ਸਮਾਂ ਨਹੀਂ ਹੋਣਾ। ਮਾਤਾ ਜੀ ਤਾਂ ਸੁੱਤੇ ਹੀ ਨਹੀਂ ਹੋਣੇ ਸ਼ਾਇਦ। ਮਾਤਾ ਜੀ ਕਿੱਥੋਂ ਸੌਣਗੇ ਜੀ, ਪਰ ਉਹ ਚੜ੍ਹਦੀ ਕਲਾ ਦੇ ਵਿੱਚ ਵੀ ਸਨ। ਬਿਲਕੁਲ। ਗੁਰੂ ਸਾਹਿਬ ਦੇ ਉਹ ਮਹਿਲ ਵੀ ਆ ਤੇ ਗੁਰੂ ਸਾਹਿਬ ਦੇ ਮਾਂ ਵੀ ਆ। ਬਿਲਕੁਲ। ਮਾਤਾ ਜੀ ਨੂੰ ਪਰ ਪਤਾ ਹੈ ਵੀ ਅੱਜ ਆਖਰੀ ਵਾਰ ਉਹਨਾਂ ਨੂੰ, ਬੱਚਿਆਂ ਨੂੰ ਉਹਨਾਂ ਦੇ ਮੂੰਹ ਨੂੰ ਧੋਤਾ ਜਾ ਰਿਹਾ, ਉਹਨਾਂ ਨੂੰ ਸਵਾਰਿਆ ਜਾ ਰਿਹਾ, ਉਹਨਾਂ ਦੀਆਂ ਦਸਤਾਰਾਂ ਸਜਾਈਆਂ ਜਾ ਰਹੀਆਂ। ਅੱਜ ਤੋਂ ਬਾਅਦ ਇਹ ਨਹੀਂ ਸਜਾਉਣੀਆਂ। ਇਹ ਦੁਲਾਰ ਨਹੀਂ ਕਰਨ ਦਾ ਮੌਕਾ, ਇਹ ਦੁਲਾਰ, ਇਹ ਲਾਡ ਪਿਆਰ ਦੁਬਾਰਾ ਨਹੀਂ ਮੌਕਾ ਮਿਲਣਾ। ਬਿਲਕੁਲ। ਪਰ ਫਿਰ ਵੀ ਮਾਤਾ ਨੇ ਬਹੁਤ ਸਿਦਕ ਤੇ ਭਰੋਸੇ ਦੇ ਨਾਲ ਬੱਚਿਆਂ ਨੂੰ ਤਿਆਰ ਕੀਤਾ, ਸਾਹਿਬਜ਼ਾਦਿਆਂ ਨੂੰ। ਇੰਨੇ ਚਿਰ ਨੂੰ ਸਿਪਾਹੀਆਂ ਨੇ ਆਵਾਜ਼ ਦਿੱਤੀ ਆ ਤੇ ਜਾਣ ਲੱਗਿਆ ਮਾਤਾ ਜੀ ਕਈ ਵਾਰੀ ਉਹਨਾਂ ਨੂੰ ਗੱਲ ਬੱਕੜੀ ਦੇ ਵਿੱਚ ਪਾ ਕੇ ਮਿਲਦੇ ਆ। ਅੱਜ ਪਤਾ ਵੀ ਅੱਜ ਤੋਰਤਾ ਵਾ, ਇਹ ਤੋਰਤੇ ਆ, ਹੁਣ ਵਾਪਸ ਨਹੀਂ ਆਉਣਗੇ। ਬਿਲਕੁਲ। ਉਹਨਾਂ ਚਿਰ ਤੱਕ ਦੇਖਦੇ ਰਹੇ ਜਿੰਨਾ ਚਿਰ ਤੱਕ ਉਹ ਅੱਖਾਂ ਤੋਂ ਓਲੇ ਨਹੀਂ ਹੋ ਗਏ। ਉੱਥੇ ਫਿਰ ਸਾਰੇ ਸ਼ਹਿਰ ਦੇ ਵਿੱਚ ਹੋਕਾ ਦਿੱਤਾ ਹੋਇਆ ਹੈ। ਥੋੜਾ ਜਿਹਾ ਸਾਹਿਬਜ਼ਾਦਿਆਂ ਦੀ ਉਸ ਵੇਲੇ ਕੀ ਅਵਸਥਾ ਸੀ ਉਹ ਵੀ ਅਸੀਂ ਜ਼ਰੂਰ ਸੁਣਨਾ ਚਾਹਾਂਗੇ। ਇਹ ਅਵਸਥਾ ਤੇ ਵੇਖੋ ਸਾਹਿਬਜ਼ਾਦੇ ਜਾਣਦੇ ਆ, ਪਰ ਦਲੇਰ ਆਓ, ਦ੍ਰਿੜ ਆ, ਬਾਬੇ ਆਓ, ਗੁਰੂ ਕੇ ਪੁੱਤਰ ਆ, ਉਹ ਦਲੇਰੀ ਦੇ ਨਾਲ ਤੁਰੇ ਯਾਰ। ਜਿੱਧਰ ਨੂੰ ਤੁਰੇ ਉਹ ਮੌਤ ਨੂੰ ਰਾਹ ਜਾ ਰਿਹਾ, ਸਾਹਮਣੇ ਮੌਤ ਆ, ਮੌਤ ਨੂੰ ਮਖੌਲਾਂ ਕਰਦੇ ਗੁਰੂ ਕੇ ਪੁੱਤਰ ਗਏ। ਬਿਲਕੁਲ। ਔਰ ਸ਼ਹਿਰ ਦੇ ਵਿੱਚ ਹੋਕਾ ਦਿੱਤਾ ਗਿਆ ਸੀ ਵੀ ਅੱਜ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾਊਗਾ ਨੀਹਾਂ 'ਚ ਚਿਣ ਕੇ। ਇਸ ਕਰਕੇ ਸਰਹੰਦ ਬਹੁਤ ਸ਼ਹਿਰ ਦੇ ਲੋਕ ਜਿਹੜੇ ਉੱਥੇ ਇਕੱਠੇ ਹੋਏ ਸੀ,
ਬਹੁਤ ਲੋਕ ਆਏ ਸੀ ਉੱਥੇ। ਧਰਮੀ ਲੋਕ ਜਿਹੜੇ ਉਹ ਦੁੱਖ ਮਹਿਸੂਸ ਵੀ ਕਰ ਰਹੇ ਸੀ, ਮਤਸਬੀ ਲੋਕ ਜਿਹੜੇ ਉਹ ਖੁਸ਼ੀ ਵੀ ਮਹਿਸੂਸ ਕਰਦੇ ਹੋਣਗੇ। ਤਾਂ ਸ਼ਹਿਰ ਇਕੱਠਾ ਹੀ ਉੱਥੇ। ਜਦੋਂ ਸਾਹਿਬਜ਼ਾਦੇ ਫੇਰ ਉੱਥੇ ਗਏ ਆ ਤੇ ਸੁਚਾਨੰਦ ਖੱਤਰੀ ਨੇ ਫੇਰ ਆਖਿਆ ਵੀ ਅਜੇ ਵੀ ਮੰਨ ਜਾਓ, ਵਜ਼ੀਰ ਖਾਨ ਦੀ ਗੱਲ ਮੰਨ ਲਓ, ਇਸਲਾਮ 'ਚ ਆ ਜਾਓ ਤੇ ਤੁਹਾਨੂੰ ਅਜੇ ਵੀ ਅਸੀਂ ਬਖਸ਼ ਸਕਦੇ ਹਾਂ ਜੀ। ਸਾਹਿਬਜ਼ਾਦਿਆਂ ਨੇ ਆਖਿਆ ਵੀ ਨਹੀਂ, ਇਹ ਨਹੀਂ ਹੋ ਸਕਦਾ, ਸਾਨੂੰ ਸਾਡਾ ਧਰਮ ਜਾਨ ਤੋਂ ਪਿਆਰਾ, ਧਰਮ ਛੱਡਿਆ ਨਹੀਂ ਜਾ ਸਕਦਾ, ਅਸੀਂ ਦ੍ਰਿੜ ਹਾਂ, ਜੋ ਤੁਸੀਂ ਕਰਨਾ ਉਹ ਤੁਸੀਂ ਕਰ ਸਕਦੇ ਹਾਂ, ਅਸੀਂ ਤਿਆਰ ਹਾਂ। ਫਿਰ ਕਹਿੰਦੇ ਵੀ ਕੋਈ ਤਿਆਰ ਨਹੀਂ ਹੈਗਾ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਨ ਦੇ ਲਈ। ਸਮਾਣੇ ਦੇ ਰਹਿਣ ਵਾਲੇ ਹੀ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ, ਜਿਨ੍ਹਾਂ ਨੂੰ ਬਹੁਤ ਵੱਡੀ ਸਜ਼ਾ ਆਈ ਕਿਸੇ ਉਹਨਾਂ ਦੇ ਜੁਰਮ ਦੇ ਵਿੱਚ, ਉਹਨਾਂ ਨੂੰ ਸਿਰਫ ਇਸੇ ਸ਼ਰਤ ਤੇ ਮਨਾਇਆ ਗਿਆ ਸੀ ਵੀ ਜੇ ਤੁਸੀਂ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦੋਗੇ ਤੇ ਤੁਹਾਡੀ ਜਿਹੜੀ ਸਜ਼ਾ ਉਹ ਅਸੀਂ ਮਾਫ ਕਰ ਦਾਂਗੇ। ਉਹ ਸਪੈਸ਼ਲ ਲਿਆਂਦੇ ਗਏ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ। ਤਾਂ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਫਿਰ ਸ਼ੁਰੂ ਕਰਦੇ ਆ, ਦੀਵਾਰਾਂ ਨੂੰ ਚਿਣਨਾ ਸ਼ੁਰੂ ਕੀਤਾ ਗਿਆ। ਜਿੱਥੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਬਣਿਆ ਹੋਇਆ, ਉਹ ਦੀਵਾਰ ਆਪਾਂ ਜਦੋਂ ਜਾਵਾਂਗੇ ਭੋਰਾ ਸਾਹਿਬ ਦੇ ਵਿੱਚ ਆਪਾਂ ਉਹਦੇ ਦਰਸ਼ਨ ਕਰ ਸਕਦੇ ਹਾਂ। ਇਤਿਹਾਸਕ ਦੀਵਾਰ ਆ ਉਹਦੀ ਫਿਰ ਨੀਂਹ ਰੱਖੀ ਗਈ। ਜਦੋਂ ਛਾਤੀਆਂ ਤੱਕ ਉਹਨਾਂ ਦੇ ਕੰਧਾਂ ਗਈਆਂ, ਫਿਰ ਆਖਿਆ ਗਿਆ ਵੀ ਬੱਚਿਓ ਤੁਸੀਂ ਈਨ ਕਬੂਲ ਕਰ ਲਓ, ਮੰਨ ਲਓ, ਤੁਹਾਨੂੰ ਬਖਸ਼ ਦੇਵਾਂਗੇ। ਪਰ ਸਾਹਿਬਜ਼ਾਦਿਆਂ ਨੇ ਆਖਿਆ ਵੀ ਨਹੀਂ, ਹਮਰੇ ਬੰਸ ਰੀਤ ਇਮ ਆਈ, ਸੀਸ ਜਾਈ ਪਰ ਸਿਰ ਨਾ ਜਾਈ। ਸਾਡੇ ਤੇ ਵੰਸ਼ ਦੇ ਵਿੱਚ ਹੀ ਆਇਆ ਏ ਵੀ ਸੀਸ ਜਾ ਸਕਦਾ ਪਰ ਸਿਦਕ ਨਹੀਂ ਛੱਡਿਆ ਜਾ ਸਕਦਾ, ਸਿਰੜ ਨਹੀਂ ਛੱਡਿਆ ਜਾ ਸਕਦਾ, ਤੁਸੀਂ ਆਪਣਾ ਕੰਮ ਕਰੋ। ਬਿਲਕੁਲ। ਤਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਜਾਣ ਲੱਗਾ। ਨੀਹਾਂ ਮੋਢਿਆਂ ਤੱਕ ਆ ਗਈਆਂ, ਪਹਿਲਾਂ ਫਤਿਹ ਸਿੰਘ ਦੇ, ਫਿਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦੇ, ਪਰ ਉਹ ਦ੍ਰਿੜ ਆ। ਜਦੋਂ ਕੰਧਾਂ ਉੱਚੀਆਂ ਹੋ ਗਈਆਂ ਤੇ ਸਾਹਿਬਜ਼ਾਦਿਆਂ ਦੀਆਂ ਅੱਖਾਂ ਬੰਦ ਹੋ ਗਈਆਂ ਜੀ। ਉਹਦੇ ਤੋਂ ਬਾਅਦ ਜਿਹੜੇ ਸਾਡੇ ਇਤਿਹਾਸਕਾਰ ਉਹ ਲਿਖਦੇ ਆ ਕਿ ਜਿਹੜਾ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਹੀ, ਉਹਨਾਂ ਨੇ ਸਾਹਿਬਜ਼ਾਦਿਆਂ ਦੇ ਜਿਹੜੇ ਇਹ ਗਲ ਸੀ, ਇੱਥੇ ਉਹਨਾਂ ਦੀ ਸਾਹ ਨਲੀ ਕੱਟ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਸਾਰਾ ਸ਼ਹਿਰ ਕੰਬ ਉੱਠਿਆ, ਧਰਮੀ ਲੋਕ ਜਿਹੜੇ ਸੀ ਉਹ ਤਰਾਹ ਤਰਾਹ ਕਰ ਉੱਠੇ। ਪਰ ਸਾਹਿਬਜ਼ਾਦੇ ਜਿਹੜੇ ਆ ਉਹ ਵਜ਼ੀਰ ਖਾਨ ਤੋਂ ਜਿੱਤ ਚੁੱਕੇ, ਕਿਉਂਕਿ ਉਹਦੀ ਜਿੱਤ ਤਾਂ ਹੀ ਜੇ ਉਹ ਆਪਣੀ ਗੱਲ ਮਨਾ ਲੈਂਦਾ। ਸਾਹਿਬਜ਼ਾਦਿਆਂ ਦੇ ਕੋਲੋਂ ਵਜ਼ੀਰ ਖਾਨ ਸੁਚਾਨੰਦ ਖੱਤਰੀ ਆਪਣੀ ਗੱਲ ਨਹੀਂ ਮਨਾ ਸਕੇ ਆ। ਸਾਹਿਬਜ਼ਾਦਿਆਂ ਦੀ ਜਿੱਤ ਹੋਈ, ਉੱਥੇ ਫਤਿਹ ਹੋਈ, ਤਾਂ ਹੀ ਫਤਿਹਗੜ੍ਹ ਸਾਹਿਬ ਆਓ, ਉੱਥੇ ਫਤਿਹ ਹੁੰਦੀ ਆ। ਤੇ ਧਰਮੀ ਲੋਕ ਜਿਹੜੇ ਸੀ ਉਹ ਬਹੁਤ ਜ਼ਿਆਦਾ ਰੋਏ ਵੀ ਆ, ਦੁਖੀ ਵੀ ਹੋਏ ਆ, ਪਰ ਸਾਹਿਬਜ਼ਾਦੇ ਅਡੋਲ ਰਹਿ ਕੇ ਸ਼ਹੀਦੀ ਪ੍ਰਾਪਤ ਕਰ ਗਏ ਸਰਹੰਦ ਦੀ ਧਰਤੀ ਦੇ ਉੱਤੇ। ਪਰ ਭਾਈ ਸਾਹਿਬ ਇੰਨੇ ਲੋਕ ਉੱਥੇ ਇਕੱਠੇ ਸੀ, ਧਰਮੀ ਵੀ ਸੀਗੇ ਔਰ ਮੁਤਸਵੀ ਵੀ ਸੀਗੇ, ਪਰ ਕੋਈ ਬੋਲਿਆ ਨਹੀਂ। ਹਕੂਮਤਾਂ ਦਾ ਡਰ ਹੀ ਐਸਾ ਹੁੰਦਾ ਜੀ, ਬੋਲਣ ਦੇ ਲਈ। ਦੇਖੋ ਸ਼ਹਾਦਤਾਂ ਆਮ ਨਹੀਂ ਹੁੰਦੀਆਂ। ਜਿਵੇਂ ਅੱਜ ਕੱਲ ਕਈ ਕਹਿ ਦਿੰਦੇ ਨਾ ਜੀ ਕੁਦਰਤੀ ਵਰਤਾਰਾ, ਉਹ ਵਰਤਾਰਾ। ਸ਼ਹਾਦਤਾਂ ਕੁਦਰਤੀ ਵਰਤਾਰੇ ਨਹੀਂ ਹੈਗੇ। ਸ਼ਹਾਦਤਾਂ ਉਹ ਪਾਉਂਦੇ ਆ ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਆ, ਗੁਰੂ ਦੀ ਮਿਹਰ ਆ। ਬਿਲਕੁਲ। ਸਿਰ ਤਲੀਆਂ ਤੇ ਉਹੀ ਰੱਖਦੇ ਆ ਜਿਨ੍ਹਾਂ ਤੇ ਕਰਤੇ ਦੀ ਬਖਸ਼ਿਸ਼ ਹੋ ਗਈ। ਬਿਲਕੁਲ। ਔਰ ਉਹ ਆਮ ਨਹੀਂ ਹੁੰਦੇ। ਸ਼ਹਾਦਤਾਂ ਪਾਉਣ ਵਾਲੇ ਕਦੀ ਆਮ ਨਹੀਂ ਹੋ ਸਕਦੇ ਹਨ, ਉਹ ਵਿਰਲੇ ਹੁੰਦੇ ਆ, ਉਹ ਟਾਵੇਂ ਹੁੰਦੇ ਆ, ਕੁਦਰਤੀ ਵੈਣ ਨਹੀਂ ਹੈ ਇਹ। ਜਿਨ੍ਹਾਂ ਨੂੰ ਮਹਾਰਾਜ ਨੇ ਸਿਦਕ ਦਿੱਤਾ, ਭਰੋਸਾ ਦਿੱਤਾ, ਦ੍ਰਿੜਤਾ ਦਿੱਤੀ ਆ, ਉਹੀ ਇਸ ਮੁਕਾਮ ਤੱਕ ਪਹੁੰਚਦੇ। ਕਿਉਂਕਿ ਸ਼ਹੀਦੀ ਜਿਹੜੀ ਹੈ ਤੇ ਬਹੁਤ ਉੱਚਾ ਮੁਕਾਮ ਆ, ਬਹੁਤ ਵੱਡਾ ਮੁਕਾਮ ਆ। ਉੱਥੇ ਬਹੁਤ ਸਨ, ਪਰ ਸਾਹਿਬਜ਼ਾਦਿਆਂ ਵਰਗੀ ਦ੍ਰਿੜਤਾ ਉਹ ਕਿੱਥੋਂ ਹੋਣੀ ਸੀ ਉੱਥੇ ਸਾਰਿਆਂ ਦੇ ਵਿੱਚ। ਆਮ ਥੋੜਾ ਵਰਤਾਰਾ ਏ ਇਹ, ਤੇ ਕੁਛ ਵਿਰਲਿਆਂ ਦੇ ਭਾਗਾਂ ਚ ਆਉਂਦਾ। ਤੋ ਜਦੋਂ ਸਾਹਿਬਜ਼ਾਦੇ ਉੱਥੇ ਫਿਰ ਸ਼ਹੀਦ ਹੁੰਦੇ ਆ, ਕੰਧ ਵੀ ਡਿੱਗ ਜਾਂਦੀ ਹੈ ਭਾਈ ਸਾਹਿਬ ਉੱਥੇ। ਕੰਧ ਨੂੰ ਡੇਗ ਕੇ ਮਤਲਬ ਉਹਨਾਂ ਦੀ ਜਿਹੜੀ ਸਾਹ ਨਾਲ ਹੀ ਉਹਨੂੰ ਕੱਟਿਆ ਗਿਆ। ਕੰਧ ਡਿੱਗਣ ਤੋਂ ਹਾਂਜੀ, ਕਈਆਂ ਨੇ ਤੇ ਵੀ ਲਿਖਿਆ ਵੀ ਉਹਨਾਂ ਦੇ ਜਿਹੜੇ ਆਪਣੇ ਸੀਸ ਹੀ ਉਹ ਗੋਡੇ ਥੱਲੇ ਰੱਖੇ ਆ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੇ, ਤੇ ਉਹਨਾਂ ਦੀ ਸਾਹ ਨਲੀ ਕੱਟਤੀ ਤੇ ਐਵੇਂ ਉਹਨਾਂ ਨੂੰ ਕੋਹ ਕੇ ਸ਼ਹੀਦ ਕੀਤਾ ਗਿਆ ਸਾਹਿਬਜ਼ਾਦਿਆਂ ਨੂੰ। ਬਿਲਕੁਲ। ਤੇ ਪਰ ਲੋਕ ਉੱਥੇ ਘਬਰਾਏ ਵੀ ਆ, ਤਰਾਹ ਤਰਾਹ ਵੀ ਕਰ ਉੱਠੇ ਆ। ਦੀਵਾਨ ਟੋਡਰਮਲ ਨੂੰ ਪਤਾ ਲੱਗ ਗਿਆ ਭਈ ਸਾਹਿਬਜ਼ਾਦੇ ਕੈਦ ਚ ਆ, ਪਰ ਉਹ ਜਿੰਨਾ ਚਿਰ ਤੱਕ ਉੱਥੇ ਬੌੜਿਆ ਉਹਨਾਂ ਚਿਰ ਤੱਕ ਭਾਣਾ ਜਿਹੜਾ ਵਾਪਰ ਚੁੱਕਾ ਸੀ ਜੀ। ਉਹ ਫਿਰ ਇਹ ਖਬਰ ਦੇਣ ਦੇ ਲਈ ਕਈ ਇਤਿਹਾਸਕਾਰਾਂ ਨੇ ਲਿਖਿਆ ਵੀ ਮਾਤਾ ਜੀ ਵੱਲ ਜਾਂਦਾ, ਮਾਤਾ ਗੁਜਰੀ ਜੀ ਵੱਲ, ਪਰ ਹੁਣ ਜਾ ਕੇ ਖਬਰ ਕਿੱਦਾਂ ਦਵੇ, ਕਿਵੇਂ ਜਾ ਕੇ ਦੱਸੇ। ਪਰ ਫਿਰ ਵੀ ਉਹਨੇ ਦਿਲ ਤੇ ਪੱਥਰ ਰੱਖ ਕੇ ਦੱਸਿਆ। ਮਾਤਾ ਜੀ ਜਿਹੜੇ ਉਹ ਸ਼ਹੀਦ ਹੋ ਜਾਂਦੇ, ਉਹ ਵੀ ਚੜ੍ਹਾਈ ਕਰ ਜਾਂਦੇ ਆ। ਫਿਰ ਇਹ ਜਿਹੜੇ ਸਰੀਰ ਹੀ ਇਹਨਾਂ ਦੀ ਬੇਅਦਬੀ ਕਰਨ ਦੇ ਲਈ, ਜਿੱਥੇ ਹੰਸਲਾ ਨਦੀ ਆ, ਜਿੱਥੇ ਗੁਰਦੁਆਰਾ ਸ਼੍ਰੀ ਬਿਮਾਨਗੜ੍ਹ ਸਾਹਿਬ ਅੱਜ ਹੈ, ਉੱਥੇ ਹੰਸਲਾ ਨਦੀ ਵਗਦੀ ਹੈ ਇੱਕ। ਬਿਲਕੁਲ। ਉਹ ਨਦੀ ਦੇ ਕੰਢੇ ਤੇ ਇੱਕ ਪਾਸੇ ਜੰਗਲ ਹੀ, ਉੱਥੇ ਉਹਨਾਂ ਦੇ ਸਰੀਰ ਜਿਹੜੇ ਸੀ ਉਹ
ਸੁੱਟ ਦਿੱਤੇ ਗਏ। ਜੀ ਬੜੇ ਪਵਿੱਤਰ ਮੁਬਾਰਕ ਸਰੀਰ ਹੀ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੇ, ਤਾਂ ਕਿ ਹਕੂਮਤ ਦਾ ਡਰ ਲੋਕਾਂ ਦੇ ਵਿੱਚ ਪਵੇ ਵੀ ਜਿਹੜੇ ਲੋਕ ਹਕੂਮਤ ਦੀ ਗੱਲ ਨਹੀਂ ਮੰਨਦੇ ਉਹਨਾਂ ਦਾ ਹਸ਼ਰ ਕੀ ਹੁੰਦਾ ਵਾ। ਕੀ ਹੁੰਦਾ ਵਾ। ਦੀਵਾਨ ਟੋਡਰਮਲ ਨੇ ਸੋਚਿਆ ਵੀ ਹੁਣ ਕੁਝ ਕਰਨਾ ਚਾਹੀਦਾ ਜ਼ਰੂਰ। ਉਹਨੇ ਫਿਰ ਪਹੁੰਚ ਕੀਤੀ ਵੀ ਅਸੀਂ ਇਹਨਾਂ ਦੇ ਸਰੀਰਾਂ ਦੇ ਅੰਤਮ ਸੰਸਕਾਰ ਕਰਨੇ ਆ, ਇਜਾਜ਼ਤ ਦਿਓ। ਉਹ ਜਿਹੜਾ ਵਜ਼ੀਰ ਖਾਨ ਨੇ ਉਹਨੇ ਇੱਕ ਅਨੋਖੀ ਸ਼ਰਤ ਰੱਖਤੀ। ਉਹਨੇ ਆਖਿਆ ਵੀ ਤੁਸੀਂ ਸੰਸਕਾਰ ਕਰ ਲਓ, ਪਰ ਜਿੰਨੀ ਥਾਂ ਤੁਹਾਨੂੰ ਚਾਹੀਦੀ ਆ ਸੰਸਕਾਰ ਦੇ ਲਈ ਉਨੀ ਥਾਂ ਤੇ ਸੋਨੇ ਦੀਆਂ ਮੋਹਰਾਂ ਵਿਛਾ ਦਿਓ। ਟੇਡੀਆਂ ਕਰਕੇ ਉਹ ਵੀ। ਹਾਂਜੀ, ਪਹਿਲਾਂ ਵਿਛਾਉਣ ਦੀ ਗੱਲ ਹੁੰਦੀ ਆ, ਫਿਰ ਉਹਨੇ ਆਖਿਆ ਵੀ ਖੜੀਆਂ ਕਰਨੀਆਂ ਪੈਣਗੀਆਂ। ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਜਿਹੜੀ ਆ ਉਹ ਅੱਤੇ ਨਾਮ ਦੇ ਚੌਧਰੀ ਦੇ ਕੋਲੋਂ ਦੀਵਾਨ ਟੋਡਰਮਲ ਖਰੀਦਦਾ, ਜਿੱਥੇ ਅੱਤੇ ਵਾਲੀ ਪਿੰਡ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਆ। ਉਹ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਆ। ਉਹ ਜਿੱਥੇ ਗੁਰਦੁਆਰਾ ਸ਼੍ਰੀ ਬਿਬਾਨਗੜ੍ਹ ਸਾਹਿਬ ਹੀ, ਇੱਥੋਂ ਫਿਰ ਉਹਨਾਂ ਦੇ ਬਿਬਾਨ ਤਿਆਰ ਕੀਤੇ ਗਏ ਆ। ਗੁਰਬਾਣੀ ਦੇ ਸ਼ਬਦ ਪੜ੍ਹਦਿਆਂ ਜਾਂ ਸ਼ਹਿਰ ਦੇ ਨੇਕ ਬੰਦੇ ਆ ਗਏ ਹੋਣਗੇ ਅੱਗੇ, ਉਹ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸਰੀਰ ਨੂੰ ਲੈ ਕੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਗਏ। ਉੱਥੇ ਹੀ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਦੀਵਾਨ ਟੋਡਰਮਲ ਨੇ ਖਰੀਦੀ। ਉੱਥੇ ਸਾਹਿਬਜ਼ਾਦਿਆਂ ਦੇ ਤੇ ਮਾਤਾ ਗੁਜਰੀ ਦੇ ਸਰੀਰ ਦੇ ਸੰਸਕਾਰ ਜਿਹੜੇ ਆ ਉਹ ਕੀਤੇ ਗਏ ਆ। ਦੀਵਾਨ ਟੋਡਰਮਲ ਦੀ ਇੱਥੇ ਆਪਾਂ ਮਤਲਬ ਜੇ ਗੱਲ ਕਰੀਏ ਵਿੱਚ, ਤੇ ਜੇ ਆਪਾਂ ਉਹਨਾਂ ਦਾ ਜ਼ਿਕਰ ਨਹੀਂ ਕਰਾਂਗੇ ਤੇ ਇਤਿਹਾਸ ਅਧੂਰਾ ਹੀ ਰਹਿ ਜਾਊਗਾ। ਉਹਨਾਂ ਦਾ ਜ਼ਿਕਰ ਜ਼ਰੂਰ ਹੋਊਗਾ ਉੱਥੇ ਕਿ ਉਹ ਕਿੰਨੀ ਵੱਡੀ ਮਿਸਾਲ ਕਾਇਮ ਕਰਦੇ। ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਉਹਨਾਂ ਨੇ ਜ਼ਮੀਨ ਨੂੰ ਖਰੀਦਿਆ, ਦੀਵਾਨ ਟੋਡਰਮਲ ਦੀ ਉਹਨਾਂ ਨੇ। ਬਿਲਕੁਲ ਭਾਈ ਸਾਹਿਬ, ਇਹ ਵੀ ਇਤਿਹਾਸ ਦੇ ਵਿੱਚ ਜਿਹੜਾ ਹੈ ਸੁਣਨ ਨੂੰ ਮਿਲਦਾ। ਬਿਬਾਨਗੜ੍ਹ ਸਾਹਿਬ ਦੇ ਵਿੱਚ ਵੀ ਲਿਖਿਆ ਹੋਇਆ ਜਿਹੜਾ ਇਤਿਹਾਸ, ਕਿ ਜਿੰਨਾ ਚਿਰ ਸ਼ਾਇਦ ਕਈ ਘੰਟਿਆਂ ਤੱਕ ਉੱਥੇ ਦੇਹਾਂ ਪਵਿੱਤਰ ਜਿਹੜੀਆਂ ਪਈਆਂ ਰਹੀਆਂ ਜੰਗਲ ਦੇ ਵਿੱਚ, ਤੇ ਬੱਬਰ ਸ਼ੇਰ ਨੇ ਦੇਹਾਂ ਦੀ ਰਾਖੀ ਕੀਤੀ, ਨਹੀਂ ਤਾਂ ਸ਼ਾਇਦ ਜੰਗਲ ਦੇ ਵਿੱਚ ਕੋਈ ਜੰਗਲੀ ਜਾਨਵਰ ਸ਼ਾਇਦ। ਇਹ ਵੇਖੋ ਜੀ, ਸਰਹੰਦ ਦੀ ਦੰਦ ਕਥਾ ਵਾ। ਕਈ ਵਾਰੀਆਂ ਜਿਹੜੀਆਂ ਦੰਦ ਕਥਾਵਾਂ ਹੁੰਦੀਆਂ ਉਹ ਲਿਖਤ ਦੇ ਨਾਲੋਂ ਜ਼ਿਆਦਾ ਸੱਚ ਹੁੰਦੀਆਂ ਤੇ ਸੱਚ ਦੇ ਨੇੜੇ ਹੁੰਦੀਆਂ। ਸੀਨੇ ਬਸੀਨੇ ਆਪਾਂ ਜਿਹਨੂੰ ਕਹਿੰਦੇ ਆ, ਉਹਤੇ ਕੋਈ ਤਰਕ ਨਹੀਂ ਹੁੰਦਾ। ਉਹ ਜੇ ਉੱਥੇ ਗੱਲ ਚੱਲਦੀ ਹੁੰਦੀ ਆ ਤੇ ਉਹ 'ਚ ਸੱਚਾਈ ਹੁੰਦੀ ਆ। ਅਰੇ ਸੱਚਾਈ ਆ ਕਿ ਉਹ ਸਰੀਰ ਉੱਥੇ ਪੈ ਰਿਹਾ, ਤੇ ਜਿਹੜੇ ਚੀਜ਼ਾਂ ਦਾ ਸੁਭਾਅ ਆ ਖਾ ਜਾਣਾ, ਉਹ ਰਾਖੀ ਵੀ ਕਰਦੇ ਰਹੇ। ਤੇ ਬਾਅਦ ਵਿੱਚ ਦੀਵਾਨ ਟੋਡਰਮਲ ਜੀ ਹੋਣੇ ਜਿਹੜੇ ਉੱਥੋਂ ਹੀ ਉਹ ਸਰੀਰਾਂ ਨੂੰ ਲੈਂਦੇ ਆ ਤੇ ਫਿਰ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਜਾ ਕੇ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਹੈ। ਬਿਲਕੁਲ, ਅੱਜ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੇ ਹੋਰ ਵੀ ਜਿੰਨੇ ਅਸਥਾਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਨਾਲ ਸੰਬੰਧਿਤ ਨੇ, ਉੱਥੇ ਅੱਜ ਯਾਦਗਾਰਾਂ ਬਣੀਆਂ ਹੋਈਆਂ ਨੇ ਗੁਰਦੁਆਰਿਆਂ ਦੇ ਰੂਪ ਵਿੱਚ, ਤੇ ਇਹਨਾਂ ਸ਼ਹੀਦੀ ਦਿਨਾਂ ਦੇ ਵਿੱਚ ਜਾ ਕੇ ਸਾਰੇ ਨਤਮਸਤਕ ਹੁੰਦੇ ਨੇ। ਸੋ ਭਾਈ ਸਾਹਿਬ, ਹੁਣੇ ਮੇਰੇ ਮਨ 'ਚ ਆ ਰਿਹਾ ਸੀ ਸਵਾਲ ਕਿ ਜਦੋਂ ਜਿਹੜਾ ਸਰਹੰਦ ਦਾ ਸੂਬਾ ਹੈ ਨਵਾਬ ਵਜ਼ੀਰ ਖਾਨ, ਉਹਨਾਂ ਦੀ ਪਤਨੀ ਦਾ ਵੀ ਜ਼ਰੂਰ ਜ਼ਿਕਰ ਕਰਨਾ ਬਣਦਾ ਹੈ ਕਿ ਸ਼ਾਇਦ ਉਹ ਵੀ ਸਮਝਾਉਂਦੀ ਹੈ ਆਪਣੇ ਪਤੀ ਨੂੰ, ਵਜ਼ੀਰ ਖਾਨ ਨੂੰ। ਕਈ ਇਤਿਹਾਸਕਾਰਾਂ ਨੇ ਤਾਂ ਜ਼ਿਕਰ ਕੀਤਾ ਜੀ ਭਈ ਉਹ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਜੀ, ਪਰ ਉਹ ਸਮਝਦਾ ਨਹੀਂ ਆ ਜੀ। ਤੇ ਬਾਅਦ ਵਿੱਚ ਜਦੋਂ ਸਾਹਿਬਜ਼ਾਦੇ ਸ਼ਹੀਦ ਹੁੰਦੇ ਆ ਤੇ ਉਹਨੇ ਆਪਣੇ ਪ੍ਰਾਣ ਜਿਹੜੇ ਆ ਉਹ ਤਿਆਗਤੇ। ਕਈਆਂ ਨੇ ਤਾਂ ਜ਼ਿਕਰ ਮਤਲਬ ਕੀਤਾ ਹੈਗਾ। ਹੋ ਸਕਦਾ ਇੰਜ ਹੋਵੇ, ਬਿਲਕੁਲ, ਕਿਉਂਕਿ ਦੇਖੋ ਧਰਮ ਕੋਈ ਵੀ ਹੋਵੇ, ਜਜ਼ਬਾਤ ਹਰ ਇੱਕ ਚ ਹੁੰਦੇ ਆ, ਔਰ ਉਹ ਇੱਕ ਔਰਤ ਸੀ, ਉਹ ਇੱਕ ਔਰਤ ਹੀ, ਉਹ ਮਾਂ ਵੀ ਉਹਨੂੰ ਪਤਾ ਵਾ ਔਰਤ ਚ ਮਮਤਾ ਹੁੰਦੀ ਆ ਭਈ ਬੱਚੇ ਜਿਹੜੇ ਆ ਉਹ ਕਿੰਨੇ ਪਿਆਰੇ ਹੁੰਦੇ ਆ। ਪਰ ਗੁਰੂ ਕੇ ਲਾਲਾਂ ਨੇ ਤੇ ਅਨੋਖੀ ਸ਼ਹਾਦਤ ਪ੍ਰਾਪਤ ਕਰਕੇ ਦੁਨੀਆ ਨੂੰ ਇਹ ਦੱਸਤਾ ਵੀ ਸਿੱਖ ਕੌਮ ਜਿਹੜੀ ਆ ਇਹ ਨਾ ਝੁਕਾਈ ਜਾ ਸਕਦੀ, ਨਾ ਡੁਲਾਈ ਜਾ ਸਕਦੀ, ਨਾ ਮੁਕਾਈ ਜਾ ਸਕਦੀ ਹੈ। ਬਿਲਕੁਲ। ਸੋ ਭਾਈ ਸਾਹਿਬ, ਦੂਸਰੇ ਪਾਸੇ ਜੇ ਆਪਾਂ ਚੱਲੀਏ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਦੋਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਹੁੰਦੇ ਨੇ, ਉੱਥੋਂ ਤੱਕ ਆਪਾਂ ਇਤਿਹਾਸ ਹੈ ਜਿਹੜਾ ਉਹ ਸਰਵਣ ਕੀਤਾ ਸੀ। ਵੱਡੇ ਸਾਹਿਬਜ਼ਾਦੇ ਵੀ ਸ਼ਹੀਦ ਹੋ ਚੁੱਕੇ ਨੇ, ਛੋਟੇ ਸਾਹਿਬਜ਼ਾਦਿਆਂ ਦੀ ਵੀ ਸ਼ਹਾਦਤ ਹੋ ਚੁੱਕੀ ਹੈ, ਮਾਤਾ ਜੀ ਵੀ ਜਿਹੜੇ ਉਹ ਵੀ ਸ਼ਹੀਦੀ ਪ੍ਰਾਪਤ ਕਰ ਚੁੱਕੇ ਨੇ। ਤੇ ਗੁਰੂ ਸਾਹਿਬ ਨੂੰ ਇਹ ਖਬਰ ਕਦੋਂ ਕੁ ਮਿਲਦੀ ਹੈ, ਫਿਰ ਉਹ ਵੀ ਆਪਾਂ ਜ਼ਰੂਰ ਜ਼ਿਕਰ ਕਰ ਲਈਏ। ਗੁਰੂ ਸਾਹਿਬ ਜਦੋਂ ਰਾਏ ਕੱਲੇ ਦੇ ਕੋਲ ਹੀ ਜੀ ਰਾਏਕੋਟ, ਜਿੱਥੇ ਹੁਣ ਗੁਰਦੁਆਰਾ ਸ਼੍ਰੀ ਟਾਹਲੀਵਾਲ ਸਾਹਿਬ ਆ ਜੀ, ਇੱਥੇ ਗੁਰੂ ਸਾਹਿਬ ਨੂਰੇ ਮਾਹੀ ਨਾਮ ਦੇ ਇੱਕ ਬੰਦੇ ਨੂੰ ਭੇਜਦੇ ਆ ਵੀ ਤੁਸੀਂ ਸਾਰੀ ਖਬਰ ਲੈ ਕੇ ਆਓ। ਉਹ ਫਿਰ ਸਾਰੀ ਖਬਰਸਾਰ ਲੈਂਦਾ ਵੀ ਕਿਵੇਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸਰਹੰਦ ਜਾ ਕੇ। ਉਹ ਜਦੋਂ ਖਬਰ ਲੈ ਕੇ ਆਇਆ ਤੇ ਹੁਣ ਕਿਵੇਂ ਦੱਸੇ, ਇੱਕ ਪਿਤਾ ਨੂੰ ਆਣ ਕੇ ਕਿਵੇਂ ਖਬਰ ਦੱਸੇ ਵੀ ਤੁਹਾਡੇ ਜਿਹੜੇ ਸਾਹਿਬਜ਼ਾਦੇ ਉਹ ਕਿਵੇਂ ਸ਼ਹੀਦ ਕੀਤੇ ਗਏ। ਪਰ ਉਹਨੇ ਵੱਡਾ ਦਿਲ ਕਰਕੇ ਗੁਰੂ ਸਾਹਿਬ ਨੂੰ ਆਣ ਕੇ ਜਦੋਂ ਖਬਰ ਦਿੱਤੀ ਇੱਥੇ ਰਾਏਕੋਟ, ਇਤਿਹਾਸਕਾਰਾਂ ਨੇ ਲਿਖਿਆ ਕਿ ਉਦੋਂ ਗੁਰੂ ਸਾਹਿਬ ਦੇ ਹੱਥ ਦੇ ਵਿੱਚ ਇੱਕ ਤੀਰ ਸੀ ਤੇ ਉਹ ਤੀਰ ਦੇ ਨਾਲ ਧਰਤੀ ਤੇ ਛੇੜ ਰਿਹਾ ਸੀ। ਤੇ ਜਿਵੇਂ ਉਹਨੇ ਖਬਰ ਦਿੱਤੀ ਜੀ ਤੁਹਾਡੇ ਸਾਹਿਬਜ਼ਾਦਿਆਂ ਨੂੰ ਐਵੇਂ ਸ਼ਹੀਦ ਕਰ ਦਿੱਤਾ ਗਿਆ ਸਰਹੰਦ ਦੀ ਧਰਤੀ ਤੇ, ਨੂਰੇ ਮਾਹੀ ਨੇ ਖਬਰ ਦਿੱਤੀ ਆ, ਗੁਰੂ ਸਾਹਿਬ ਨੇ ਤੀਰ ਦੀ ਨੋਕ ਦੇ ਨਾਲ ਕਾਹੀ ਦੇ ਬੂਟੇ ਨੂੰ ਪੁੱਟਿਆ
ਤੇ ਆਖਿਆ ਕਿ ਜ਼ੁਲਮੀ ਰਾਜ ਦੀ ਜੜ ਪੁੱਟੀ ਗਈ, ਜ਼ੁਲਮੀ ਰਾਜ ਸਮਾਪਤ ਹੋ ਗਿਆ। ਔਰ ਇਸ ਗੱਲ ਨੂੰ ਬਾਅਦ ਵਿੱਚ ਜਿਹੜੇ ਮੁਸਲਮਾਨ ਆ ਉਹਨਾਂ ਨੇ ਪ੍ਰਵਾਨ ਕੀਤਾ ਭਈ ਕਿਵੇਂ ਜ਼ੁਲਮੀ ਰਾਜ ਦੀ ਜੜ ਜਿਹੜੀ ਪੁੱਟੀ ਗਈ, ਸਾਡੀਆਂ ਕਿਹੜੀਆਂ ਗਲਤੀਆਂ ਸੀ ਜਿਹਦੇ ਕਰਕੇ ਜਿਹੜਾ ਰਾਜ ਭਾਗ ਹੀ ਇਹ ਖਤਮ ਹੋ ਗਿਆ। ਤੁਸੀਂ ਇਸੇ ਗੱਲ ਨੂੰ ਆਧਾਰ ਬਣਾ ਕੇ ਆ ਜਾਓ 1933-34 ਦੇ ਵਿੱਚ ਲਾਹੌਰ ਇੱਕ ਕਾਜੀ ਨੇ ਆਖਿਆ ਸੀ ਵੀ ਗਲਤੀਆਂ ਕੀਤੀਆਂ। ਫਿਰ 1947 ਦੇ ਵਿੱਚ ਜਦੋਂ ਇਹ ਸਿੱਖਾਂ ਤੇ ਮੁਸਲਮਾਨਾਂ ਦਾ ਟਕਰਾਅ ਕੀਤਾ ਗਿਆ ਲੀਡਰਾਂ ਦੇ ਵੱਲੋਂ, ਕਿਉਂਕਿ ਉਧਰ ਵੀ ਸਾਡੇ ਪੰਜਾਬੀ ਸੀ ਇੱਧਰ ਵੀ ਪੰਜਾਬੀ, ਤੇ ਰਾਵਲਪਿੰਡੀ ਇੱਕ ਮਸਜਿਦ ਦੇ ਵਿੱਚ ਬੜਾ ਵੱਡਾ ਜਲਸਾ ਆਇਆ ਮੁਸਲਮਾਨਾਂ ਦਾ ਵੀ ਸਿੱਖਾਂ ਨੂੰ ਮਾਰ ਦਾਂਗੇ, ਛੱਡਾਂਗੇ ਨਹੀਂ, ਮੁਤਸਬੀ ਲੋਕ ਹੀ। ਉੱਥੇ ਇੱਕ ਕਾਜੀ ਸੀ, ਕਾਜੀ ਅਤਾਏ ਉੱਲਾ ਖਾਨ, ਉਹਨੇ ਫਿਰ ਇੱਕ ਤਕਰੀਰ ਕੀਤੀ, ਇਤਿਹਾਸ 'ਚ ਪਈ ਆ। ਉਹਨੇ ਕਿਹਾ ਸਿੱਖੋ ਭਈ ਅਸੀਂ 3 ਗਲਤੀਆਂ ਕੀਤੀਆਂ ਇਤਿਹਾਸ 'ਚ, ਤਾਂ ਕਰਕੇ ਸਾਡਾ ਰਾਜ ਖਤਮ ਹੋਇਆ। ਮੁਸਲਮਾਨਾਂ ਨੂੰ ਕਿਹਾ ਨੇ ਕਿ ਮੁਸਲਮਾਨੋ ਮੋਮਨੋ ਧਿਆਨ ਨਾਲ ਸੁਣੋ ਜੀ, ਜਿਹੜੀ ਗੱਲ ਗੁਰੂ ਸਾਹਿਬ ਨੇ ਕਹੀ ਨਾ ਵੀ ਜ਼ੁਲਮੀ ਰਾਜ ਦੀ ਜੜ ਪੁੱਟੀ ਗਈ, ਬਾਅਦ ਵਿੱਚ ਮੁਸਲਮਾਨਾਂ ਨੇ ਇਸ ਗੱਲ ਨੂੰ ਪ੍ਰਵਾਨ ਕੀਤਾ ਵਾ ਕਿ ਸਾਡੀਆਂ ਗਲਤੀਆਂ ਕਰਕੇ ਜਿਹੜਾ ਇਹ ਰਾਜ ਸੀ ਉਹ ਖਤਮ ਹੋ ਗਿਆ। ਉਹਨੇ ਫਿਰ ਆਖਿਆ ਕਾਜੀ ਅਤਾਉੱਲਾ ਖਾਨ ਨੇ ਵੀ ਸਾਡੀ ਪਹਿਲੀ ਗਲਤੀ ਸੀ ਜਿਹੜੀ ਉਹ ਹੈਗੀ ਸੀ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨਾ, ਦੂਜੀ ਗਲਤੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨਾ, ਤੀਜੀ ਸਭ ਤੋਂ ਵੱਡੀ ਗਲਤੀ ਸੀ ਜਿਹਦੇ ਕਰਕੇ ਸਾਡੇ ਰਾਜ ਦੀ ਜੜ ਪੁੱਟੀ ਗਈ, ਉਹ ਸੀ ਸਰਹੰਦ ਵਿਖੇ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰਨਾ। 3 ਗਲਤੀਆਂ ਕਰਕੇ ਸਾਡਾ ਰਾਜ ਭਾਗ ਮੁੱਕ ਗਿਆ। ਸਿੱਖਾਂ ਦੇ ਨਾਲ ਹੁਣ ਇਹਦਾ ਪੰਗਾ ਨਾ ਲਓ, ਅੱਗੇ ਇਹਨਾਂ ਕਰਕੇ ਸਾਡਾ ਰਾਜ ਭਾਗ ਗਿਆ, ਧੱਕਾ ਕੀਤਾ ਸੀ, ਜ਼ੁਲਮ ਕੀਤਾ, ਤਾਂ ਕਰਕੇ ਸਾਡੇ ਰਾਜ ਦੀ ਜਿਹੜੀ ਜੜ ਸੀ ਉਹ ਪੁੱਟੀ ਗਈ। ਜੜ ਪੁੱਟੀ ਕਿਹਨਾਂ ਨੇ? ਬਾਬਾ ਬੰਦਾ ਸਿੰਘ ਬਹਾਦਰ ਹੋਣਾ ਨੇ। ਉਹ ਇੱਥੇ ਹੀ ਚੱਪੜ ਚਿੜੀ ਜਦੋਂ ਜੰਗ ਹੁੰਦਾ ਤੇ ਵਜ਼ੀਰ ਖਾਨ ਨੂੰ ਵੀ ਸਿੱਖਾਂ ਨੇ ਇੱਥੇ ਸੋਧਾ ਲਾਤਾ, ਉਹਦੀ ਲਾਸ਼ ਨੂੰ ਘੋੜਿਆਂ ਮਗਰ ਬੰਨ੍ਹ ਕੇ ਸਰਹੰਦ ਲੈ ਗਏ। ਉੱਥੇ ਜਿਹੜਾ ਸੁਚਾਨੰਦ ਖੱਤਰੀ ਸੀ, ਇਹਨਾਂ ਪਾਪੀਆਂ ਦਾ ਹਸ਼ਰ ਦਾ ਵੀ ਪਤਾ ਹੋਣਾ ਚਾਹੀਦਾ, ਜਿਹੜਾ ਸੁਚਾਨੰਦ ਖੱਤਰੀ ਸੀ ਉਹ ਲੁਕਦਾ ਫਿਰਦਾ ਹੈ, ਉਹਦੀ ਨੱਕ ਦੇ ਵਿੱਚ ਨਕੇਲ ਪਾ ਕੇ ਸਿੰਘਾਂ ਨੇ ਪੂਰੇ ਸਰਹੰਦ ਦੇ ਵਿੱਚ ਘੁਮਾਇਆ ਵਾ ਤੇ ਵਜ਼ੀਰ ਖਾਨ ਦੀ ਲਾਸ਼ ਦੇ ਕੋਲ ਸੁੱਟ ਕੇ ਆਖਿਆ ਸੀ ਵੀ ਆਹ ਹੀ ਤੇਰਾ ਵਜ਼ੀਰ ਖਾਨ, ਦੱਸ ਹੁਣ। ਉੱਥੇ ਫਿਰ ਉਹਨੂੰ ਵੀ ਉਹਨਾਂ ਨੇ ਸਿੰਘਾਂ ਨੇ ਮਾਰਤਾ ਜੀ। ਫਿਰ ਸ਼ਾਸਲ ਬੇਗ ਤੇ ਬਾਸ਼ਲ ਬੇਗ ਜਿਨ੍ਹਾਂ ਨੇ ਸਾਹਿਬਜ਼ਾਦੇ ਸ਼ਹੀਦ ਕੀਤੇ ਸੀ, ਜਦੋਂ ਸਮਾਣਾ ਫਤਿਹ ਕੀਤਾ ਗਿਆ ਉਦੋਂ ਸ਼ਾਸਲ ਬੇਗ ਤੇ ਬਾਸ਼ਲ ਬੇਗ ਵੀ ਜਿਹੜੇ ਉਹ ਖਤਮ ਕਰ ਦਿੱਤੇ ਗਏ। ਮਤਲਬ ਸਿੱਖਾਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਥੋੜੇ ਸਾਲ ਬਾਅਦ ਹੀ ਇਸੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਤੀ, ਔਰ ਇੱਥੇ ਜਿੱਥੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕੀਤਾ ਗਿਆ, ਔਰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਭਈ ਸਿੱਖੀ ਸ਼ਾਇਦ ਮੁੱਕ ਗਈ ਆ, ਸਿੱਖੀ ਸ਼ਾਇਦ ਖਤਮ ਹੋ ਗਈ ਆ, ਉੱਥੇ ਕਿਉਂਕਿ ਸਿੱਖੀ ਦੀ ਬੁਨਿਆਦ ਨੀਂਹ ਹੋਰ ਮਜ਼ਬੂਤ ਕੀਤੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ। ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਉਸਾਰਿਆ, ਦਾ ਮਤਲਬ ਸੀ ਫਤਿਹਗੜ੍ਹ ਫਤਿਹ, ਸਿੱਖਾਂ ਦੀ ਫਤਿਹ, ਜਿੱਤ ਦਾ ਪ੍ਰਤੀਕ। ਮਤਲਬ ਤੁਸੀਂ ਸਾਨੂੰ ਨੀਹਾਂ ਦੇ ਵਿੱਚ ਚਿਣ ਕੇ ਮੁਕਾ ਨਹੀਂ ਸਕਦੇ ਹੋ, ਇੱਥੇ ਸਿੱਖਾਂ ਦੀ ਫਤਿਹ ਲਿਖੀ ਗਈ ਆ। ਉਹਦੇ ਤੋਂ ਬਾਅਦ ਵੇਖੋ ਸਿੱਖਾਂ ਨੇ ਫਿਰ ਇੱਥੇ ਰਾਜ ਵੀ ਕੀਤਾ, ਔਰ ਆਉਣ ਵਾਲੀਆਂ ਸਿੱਖਾਂ ਦੀਆਂ ਪੀੜ੍ਹੀਆਂ ਅੱਜ ਉਹਦੇ ਤੋਂ ਸੇਧ ਲੈਂਦੀਆਂ ਰਹਿਣਗੀਆਂ। ਕਿਸੇ ਕਵੀ ਨੇ ਕਿਹਾ ਵਾ ਕਿ ਜਦੋਂ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਤਾ ਸੀ, ਜਦੋਂ ਸਰਸਾ ਦੇ ਕੰਢੇ ਤੇ ਭਾਣੇ ਵਾਪਰ ਗਏ ਸੀ, ਜਦੋਂ ਸਰਹੰਦ ਸ਼ਹੀਦ ਹੋ ਗਏ, ਜਦੋਂ ਚਮਕੌਰ ਦੀ ਗੜੀ 'ਚ ਸਿੰਘ ਸ਼ਹੀਦ ਹੋ ਗਏ, ਗੁਰੂ ਸਾਹਿਬ ਨੂੰ ਸਿੱਖਾਂ ਨੇ ਆਖਿਆ ਸੀ ਤੇਰੀ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦੇਾਂਗੇ, ਝੋਰਾ ਕਰੀ ਨਾ ਬਾਪੂ ਕਿਲੇ ਆਨੰਦਗੜ੍ਹ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦੇਾਂਗੇ। ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਕੁਝ ਸਾਲ ਬਾਅਦ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ 'ਚ ਗੁਰੂ ਦੇ ਥਾਪੜੇ ਦੇ ਨਾਲ ਇੱਥੇ ਖਾਲਸਾ ਰਾਜ ਕਾਇਮ ਹੁੰਦਾ, ਜਿੱਥੇ ਸਾਰਿਆਂ ਦੇ ਨਾਲ ਬਰਾਬਰੀ ਦਾ ਸਲੂਕ ਹੁੰਦਾ, ਸਾਰਿਆਂ ਨੂੰ ਹੱਕ ਬਰਾਬਰ ਦਿੱਤੇ ਜਾਂਦੇ, ਕਿਉਂਕਿ ਰਾਜ ਭਾਗ ਤੋਂ ਬਿਨਾਂ ਕੰਮ ਚੱਲਦੇ ਨਹੀਂ ਆ। ਸਰਹੰਦ ਦੀ ਦੀਵਾਰ ਅੱਜ ਵੀ ਸਿੱਖਾਂ ਨੂੰ ਇਹ ਵੰਗਾਰ ਪਾਉਂਦੀ ਆ, ਆਪਣੇ ਗੁਰੂ ਨਾਲ ਜੁੜੋ, ਆਪਣੇ ਵਿਰਸੇ ਨਾਲ ਜੁੜੋ। ਚਮਕੌਰ ਦੀ ਗੜੀ ਵੀ ਇਹੋ ਆਖਦੀ ਆ ਸਾਨੂੰ ਕਿ ਵਿਛੜ ਗਏ ਨੇ ਭਾਵੇਂ ਗੱਭਰੂ, ਫੇਰ ਇੱਕ ਦਿਨ ਮੁੜ ਆਉਣਗੇ, ਮੁੱਖ ਹੋਣੇ ਆਨੰਦਪੁਰ ਵੱਲ ਨੂੰ, ਚੜ੍ਹਦੀ ਕਲਾ ਦੇ ਗੀਤ ਗਾਉਣਗੇ। ਜੇ ਸਾਡੀ ਕੌਮ ਤੇ ਨੌਜਵਾਨਾਂ ਦਾ ਮੁੱਖ ਆਨੰਦਪੁਰ ਸਾਹਿਬ ਵੱਲ ਹੋ ਜਾਊਗਾ ਤੇ ਚੜ੍ਹਦੀ ਕਲਾ ਲੋੜ ਆ।
ਮੁੱਖ ਆਨੰਦਪੁਰ ਸਾਹਿਬ ਵੱਲ ਕਰੀਏ ਤੇ ਇਹਨਾਂ ਸ਼ਹਾਦਤਾਂ ਤੋਂ ਆਪਾਂ ਪ੍ਰੇਰਣਾ ਲਈਏ। ਜੀ ਬਿਲਕੁਲ, ਬਹੁਤ ਲਾਸਾਨੀ ਸ਼ਹਾਦਤਾਂ ਨੇ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਸ਼ਹਾਦਤਾਂ ਦਾ ਕੀ ਨਤੀਜਾ ਨਿਕਲਦਾ ਜਾਂ ਕੀ ਪ੍ਰਭਾਵ ਪੈਂਦਾ ਉਹ ਭਾਈ ਸਾਹਿਬ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਸਾਨੂੰ ਦੱਸਿਆ ਹੈ ਕਿ ਜਿਹੜੇ ਗੱਦਾਰ ਸੀ ਜਿਨ੍ਹਾਂ ਨੇ ਉਹਨਾਂ ਲਾਸਾਨੀ ਸ਼ਹਾਦਤਾਂ ਦੇ ਵਿੱਚ ਆਪਣਾ ਰੋਲ ਹੈ ਜਿਹੜਾ ਉਹ ਅਦਾ ਕੀਤਾ, ਸ਼ਾਸ਼ਲ ਬੇਗ, ਬਾਸ਼ਲ ਬੇਗ ਹੋਵੇ ਜਾਂ ਫਿਰ ਜਿੰਨੇ ਵੀ ਸੁੱਚਾਨੰਦ, ਵਜ਼ੀਰ ਖਾਨ, ਸਾਰੇ ਉਹ ਮਾਰੇ ਗਏ ਸਨ ਔਰ ਸਿੱਖਾਂ ਦੇ ਹੱਥੋਂ ਹੀ ਮਾਰੇ ਗਏ। ਗੁਰੂ ਸਾਹਿਬ ਨੇ ਜਿਹੜਾ ਕਿਹਾ ਸੀ ਕਿ ਜ਼ੁਲਮੀ ਰਾਜ ਦੀ ਜਿਹੜੀ ਜੜ ਪੁੱਟੀ ਗਈ ਹੈ ਉਹ ਰਾਜ ਕੁਝ ਸਾਲਾਂ ਦੇ ਬਾਅਦ ਹੀ ਖੇਰੂ ਹੋ ਗਿਆ ਸੀ ਤੇ ਸਿੱਖ ਰਾਜ, ਵਿਸ਼ਾਲ ਸਿੱਖ ਰਾਜ ਕਾਇਮ ਹੋਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ। ਤੇ ਅੱਜ ਲੋੜ ਹੈ ਕਿ ਉਹਨਾਂ ਸ਼ਹਾਦਤਾਂ ਤੋਂ ਅਸੀਂ ਸਿੱਖੀਏ, ਆਪਣੇ ਜੀਵਨ ਦੇ ਵਿੱਚ ਧਾਰਨ ਕਰੀਏ, ਬਹਾਨੇ ਨਾ ਬਣਾਈਏ ਕਿ ਉਹ ਤਾਂ ਗੁਰੂ ਸੀਗੇ, ਅਕਾਲ ਪੁਰਖ ਦਾ ਰੂਪ ਸੀ, ਉਹਨਾਂ ਦੇ ਪੁੱਤਰ ਸੀ, ਉਹ ਸ਼ਹਾਦਤਾਂ ਦੇ ਸਕਦੇ ਨੇ, ਉਹਨਾਂ ਦੇ ਅੰਦਰ ਐਸੀ ਦ੍ਰਿੜਤਾ, ਐਸਾ ਜਜ਼ਬਾ ਹੋ ਸਕਦਾ ਹੈ। ਪਰ ਗੁਰੂ ਸਾਹਿਬ ਨੇ ਪੂਰੇ ਖਾਲਸਾ ਪੰਥ ਨੂੰ ਆਪਣੇ ਪੁੱਤਰ ਕਿਹਾ ਹੈਗਾ। ਕੁੰਡਲੀਆ ਸਪ ਬੀਰ ਖਾਲਸਾ ਅਜੇ ਨਹੀਂ ਮਰਿਆ, ਗੁਰੂ ਸਾਹਿਬ ਦੇ ਬੋਲ ਨੇ ਤੇ ਉਹ ਬਣਨ ਦੀ ਲੋੜ ਹੈ। ਬਹਾਨੇ ਮਾਰਨੇ ਛੱਡ ਕੇ ਸਾਨੂੰ ਵੀ ਉਹ ਜਜ਼ਬਾ ਆਪਣੇ ਅੰਦਰ ਲਿਆਉਣਾ ਹੀ ਪੈਣਾ। ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।